ਮਨੋਬਿਰਤੀਆਂ ਕਰੀਏ ਇਕਾਗਰ। ਗੁਰ ਉਪਦੇਸ਼ ਨੂੰ ਗੁਰੂ ਰਹਿਮਤ ਸਦਕਾ ਵਿਚਾਰਨ ਦਾ, ਸਮਝਣ ਦਾ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਟੋਡੇ ਮਹੱਲਾ ਪੰਜਵਾਂ। ਘਰ ਪਹਿਲਾ ਦੋਪਦੇ। ਅੱਜ ਦਾ ਪਾਵਨ ਪਵਿੱਤਰ ਫਰਮਾਨ। ਟੋਡੇ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ਹਿਨਸ਼ਾਹ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾਂ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ। ਸਤਿਗੁਰਾਂ ਨੇ ਰਾਗਾਂ ਦੀ ਤਰਤੀਬ ਦੁਆਰਾ, ਗੁਰਬਾਣੀ ਕੀਰਤਨ ਦੁਆਰਾ ਪਹਿਲੇ ਘਰ ਅੰਦਰ ਗਾਉਣ ਦੀ ਹਦਾਇਤ ਕੀਤੀ ਹੈ। ਦੋ ਪਦੇ ਭਾਵ ਦੋ ਬੰਦਾਂ ਵਾਲੀ ਇਹ ਬਾਣੀ ਹੈ। ਸਤਿਗੁਰਾਂ ਨੇ ਇਸ ਸ਼ਬਦ ਨੂੰ ਦੋ ਬੰਦਾਂ ਦੇ ਵਿੱਚ, ਦੋ ਪੌੜੀਆਂ, ਦੋ ਹਿੱਸਿਆਂ ਦੇ ਵਿੱਚ ਉਚਾਰਨ ਕੀਤਾ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰਾਂ ਨੇ ਸ਼ਬਦ ਦੀ ਆਰੰਭਤਾ ਤੋਂ ਪਹਿਲੋਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਬੇਅੰਤਤਾ ਦਰਸਾਉਂਦਿਆਂ, ਉਸ ਦੀ ਵਡਿਆਈ ਕਰਦਿਆਂ, ਉਸ ਦੀਆਂ ਰਹਿਮਤਾਂ ਦੱਸਦਿਆਂ ਗੁਰੂ ਨੇ ਕਹਿ ਦਿੱਤਾ ਇੱਕ ਓੰਕਾਰ। ਤੇ ਸਾਹਿਬ ਜੀ ਕਹਿ ਰਹੇ ਨੇ ਦੁਨੀਆ ਦੇ ਲੋਕ ਕਹਿੰਦੇ ਨੇ ਰੱਬ ਅਨੇਕਾਂ ਨੇ, ਰੱਬ ਇਤਨੇ ਨੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦ ਸੰਸਾਰ 'ਤੇ ਆਏ, ਦੁਨੀਆ 'ਤੇ ਆਏ, ਤੇ ਗੁਰਮੁਖੋ ਸਤਿਗੁਰਾਂ ਨੇ ਓੰਗ ਦੇ ਅੱਗੇ ਏਕਾ ਲਾ ਦਿੱਤਾ। ਸਾਹਿਬ ਜੀ ਕਹਿ ਰਹੇ ਨੇ ਇਹ ਦੁਨੀਆ ਦੇ ਲੋਗੋ, ਜਿਤਨੇ ਰੱਬ ਤੁਸੀਂ ਬਣਾਏ ਨੇ ਚੇਤਾ ਰੱਖੋ ਰੱਬ ਕੇਵਲ ਇੱਕ ਹੈ। ਮਨੁੱਖ ਨੇ ਜਪਣ ਦਾ ਤਰੀਕਾ ਵੱਖਰਾ ਕਰ ਲਿਆ, ਜਪਣ ਦਾ ਢੰਗ ਵੱਖਰਾ ਹੋ ਸਕਦਾ ਹੈ, ਉਸ ਨੂੰ ਧਿਆਉਣ ਦਾ ਢੰਗ ਵੱਖਰਾ ਹੋ ਸਕਦਾ ਹੈ, ਤੇ ਗੁਰਮੁਖੋ ਉਸ ਦੀ ਪੂਜਾ ਕਰਨ ਦਾ, ਸੇਵਾ ਕਰਨ ਦਾ ਢੰਗ ਵੱਖਰਾ ਹੋ ਸਕਦਾ ਹੈ। ਪਰ ਸਤਿਗੁਰੂ ਜੀ ਕਹਿ ਰਹੇ ਹਨ ਇਤਨਾ ਚੇਤਾ ਰੱਖ ਰੱਬ ਇੱਕ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ। ਉਸ ਦੀ ਬਰਾਬਰੀ ਦਾ ਕੋਈ ਨਹੀਂ, ਉਸ ਵਰਗਾ ਕੋਈ ਨਹੀਂ, ਉਸ ਵਰਗਾ ਸਮਰੱਥ ਕੋਈ ਨਹੀਂ। ਤੇ ਸਤਿਗੁਰੂ ਜੀ ਕਹਿ ਰਹੇ ਨੇ ਐਸੇ ਦਾਤੇ ਨੂੰ ਪਾਉਣ ਵਾਸਤੇ ਤੈਨੂੰ ਕਿਸ ਦਾ ਸਹਾਰਾ ਲੈਣਾ ਪਵੇਗਾ? ਸਤਿਗੁਰ ਪ੍ਰਸਾਦ। ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ ਪਵੇਗਾ। ਪ੍ਰਸਾਦ ਤੋਂ ਭਾਵ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ। ਸਤਿਗੁਰੂ ਜੀ ਪ੍ਰਸਾਦ ਰੂਪ ਹੋ ਕੇ ਵਰਤ ਰਹੇ ਨੇ, ਗੁਰੂ ਕਿਰਪਾ ਰੂਪ ਹੋ ਕੇ ਵਰਤ ਰਿਹਾ ਹੈ। ਤੂੰ ਗੁਰੂ ਦੇ ਚਰਨਾਂ ਵਿੱਚ ਆ, ਸਤਿਗੁਰਾਂ ਦੀ ਬਾਣੀ ਪੜ੍ਹ, ਸੁਣ, ਵਿਚਾਰ, ਸਮਝ। ਤੇ ਸਾਹਿਬ ਜੀ ਕਹਿ ਰਹੇ ਹਨ ਜੀਵਨ ਵਿੱਚ ਲਾਗੂ ਕਰ ਲੈ। ਰੱਬ ਜੀ ਦੇ ਮਿਲਾਪ ਦੀ ਸਮਝ ਤੈਨੂੰ ਗੁਰੂ ਦੇਵੇਗਾ। ਤੇ ਸਤਿਗੁਰਾਂ ਨੇ ਅੱਜ ਦੇ ਪਾਵਨ ਹੁਕਮ ਦੁਆਰਾ ਗੁਰੂ ਰੰਗਿਆਂ ਦੀ, ਰੱਬ ਜੀ ਦੇ ਨਾਲ ਪ੍ਰੇਮ ਕਰਨ ਵਾਲਿਆਂ ਦੀ ਬਾਤ ਕੀਤੀ ਹੈ। ਸੰਤਨ ਅਵਰ ਨਾ ਕਾਹੂ ਜਾਨੀ। ਸਾਹਿਬ ਜੀ ਕਹਿ ਰਹੇ ਹਨ ਰੱਬ ਜੀ ਦੇ ਪਿਆਰਿਆਂ ਨੂੰ ਕਿਸੇ ਦੀ ਮੁਹਤਾਜੀ ਨਹੀਂ, ਰੱਬ ਜੀ ਦੇ ਪਿਆਰਿਆਂ ਨੂੰ ਕਿਸੇ ਦੀ ਗੁਲਾਮੀ ਨਹੀਂ, ਕਿਉਂਕਿ ਅੰਦਰੋਂ ਸੁਤੰਤਰ ਨੇ, ਦੁਨੀਆ ਦੀ ਪਰਵਾਹ ਨਹੀਂ ਕਰਦੇ, ਅਕਾਲ ਪੁਰਖ ਜੀ ਦੀ ਬੰਦਗੀ ਦੇ ਵਿੱਚ ਮਸਤ ਰਹਿੰਦੇ ਨੇ। ਭਾਵੇਂ ਗੁਰਮੁਖੋ ਉਹ ਪਹਿਰਾਵਾ ਕੈਸਾ ਵੀ ਹੋਵੇ, ਪਹਿਰਾਵਾ ਕੇਵਲ ਇਹ ਨਹੀਂ ਚੋਲਾ ਪਹਿਨ ਲਿਆ, ਪਹਿਰਾਵਾ ਧਾਰਮਿਕ ਪਾ ਲਿਆ ਤੇ ਸੰਤ ਹੈ। ਸਤਿਗੁਰਾਂ ਦੀ ਬਾਣੀ ਗੁਰਮੁਖੋ ਕਹਿ ਰਹੀ ਹੈ ਸੰਤ ਪੈਂਟ ਕਮੀਜ਼ ਵਾਲਾ ਵੀ ਹੋ ਸਕਦਾ ਹੈ, ਸੰਤ ਖੇਤਾਂ ਦੇ ਵਿੱਚ ਕੰਮ ਕਰਨ ਵਾਲਾ ਵੀ ਹੋ ਸਕਦਾ ਹੈ, ਸੰਤ ਮਜ਼ਦੂਰ ਵੀ ਹੋ ਸਕਦਾ ਹੈ, ਕਿਉਂਕਿ ਸੰਤ ਇੱਕ ਅਵਸਥਾ ਹੈ, ਕਿਸੇ ਪਹਿਰਾਵੇ ਦਾ ਨਾਮ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਮਝਾ ਰਹੇ ਨੇ ਸੰਤ ਇੱਕ ਅਵਸਥਾ ਦਾ ਨਾਮ ਹੈ। ਜਦੋਂ ਮਨੁੱਖ ਨੇ ਅੱਖਾਂ ਸ਼ਾਂਤ ਕਰ ਲਈਆਂ, ਆਪਣੀ ਜੀਵਕਾ ਸ਼ਾਂਤ ਕਰ ਲਈ, ਕੰਨ ਸ਼ਾਂਤ ਕਰ ਲਏ, ਇੰਦਰੇ ਸ਼ਾਂਤ ਹੋ ਗਏ, 9 ਦਵਾਰੇ 9 ਇੰਦਰੇ ਸ਼ਾਂਤ ਹੋ ਗਏ, ਤੇ ਪਾਤਸ਼ਾਹ ਜੀ ਕਹਿ ਰਹੇ ਹਨ ਤੇਰਾ ਮਨ ਸ਼ਾਂਤ ਹੋ ਗਿਆ, ਟਿਕਾਓ ਦੇ ਵਿੱਚ ਆ ਗਿਆ, ਸਾਰੇ ਸਰੀਰ ਤੇ ਕਾਬੂ ਪਾ ਲੈਣਾ।
ਰੱਬ ਜੀ ਦੀ ਇਬਾਦਤ ਵਿੱਚ ਜੁੜੇ ਰਹਿਣਾ, ਅਕਾਲ ਪੁਰਖ ਜੀ ਦੀ ਇਬਾਦਤ ਕਰਨਾ। ਆਤਮ ਜਿਨੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਇਹ ਅਵਸਥਾ ਸੰਤ ਹੈ। ਤੇ ਗੁਰਮੁਖੋ ਸਤਿਗੁਰਾਂ ਨੇ ਬਾਣੀ ਦੁਆਰਾ ਸਾਨੂੰ ਸੰਤ ਦੀ ਪਰਿਭਾਸ਼ਾ ਵੀ ਸਮਝਾਉਣੀ ਕੀਤੀ ਹੈ, ਡੈਫੀਨੇਸ਼ਨ ਵੀ ਸਮਝਾਉਣੀ ਕੀਤੀ ਹੈ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਵਾਨ ਦੀ ਸਮਾਪਤੀ ਹੋਈ। ਸਮਾਪਤੀ ਤੋਂ ਬਾਅਦ ਸਤਿਗੁਰੂ ਜੀ ਥੋੜ੍ਹਾ ਜਿਹਾ ਟਹਿਲਣ ਵਾਸਤੇ, ਤੋਰਾ ਫੇਰਾ ਕਰਨ ਵਾਸਤੇ ਗੁਰਮੁਖੋ ਚੱਲ ਪਏ। ਤੇ ਜਦੋਂ ਸਤਿਗੁਰੂ ਜੀ ਘੋੜਿਆਂ ਦੇ ਤਵੇਲੇ ਕੋਲ ਦੀ ਲੰਘਣ ਲੱਗੇ ਤੇ ਘੋੜਿਆਂ ਦੇ ਤਵੇਲੇ ਦਾ ਬੂਹਾ ਖੋਲ੍ਹਿਆ, ਅੰਦਰ ਚਲੇ ਗਏ। ਅੰਦਰ ਇੱਕ ਸਿੱਖ ਸੇਵਾ ਕਰ ਰਿਹਾ ਹੈ, ਘੋੜਿਆਂ ਦੀ ਲਿੱਦ ਚੱਕਣ ਦੀ, ਘੋੜਿਆਂ ਤੇ ਖਰਖਰਾ ਕਰਨ ਦੀ, ਘੋੜਿਆਂ ਦੀ ਸਾਂਭ ਸੰਭਾਲ ਸੇਵਾ ਕਰ ਰਿਹਾ ਹੈ। ਤੇ ਗੁਰਮੁਖੋ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਤਬੇਲੇ ਵਿੱਚ ਗਏ, ਉਹ ਸਿੱਖ ਲਿੱਦ ਚੁੱਕ ਰਿਹਾ ਸੀ ਤੇ ਉਸ ਦੇ ਲਿੱਦ ਦੇ ਨਾਲ ਕੱਪੜੇ ਲਿਬੜੇ ਹੋਏ ਸਨ। ਬੜੀ ਬਦਬੂ ਤਬੇਲੇ ਦੇ ਵਿੱਚੋਂ ਆਉਂਦੀ ਸੀ। ਸਤਿਗੁਰੂ ਜੀ ਉਸ ਸਿੱਖ ਦੇ ਪਾਸ ਗਏ। ਸਿੱਖ ਨੇ ਤੱਕਿਆ, ਗੁਰੂ ਆਏ ਹਨ। ਤੇ ਗੁਰਮੁਖੋ ਗੁਰੂ ਨੂੰ ਨਮਸਕਾਰ ਕੀਤੇ, ਗੁਰੂ ਤੇ ਚਰਨਾਂ ਤੇ ਢਹਿ ਪਿਆ। ਸਤਿਗੁਰਾਂ ਨੇ ਚੁੱਕਿਆ, ਛਾਤੀ ਦੇ ਨਾਲ ਲਾਇਆ। ਤੇ ਗੁਰਮੁਖੋ ਜੋ ਸਿੱਖ ਨਾਲ ਆਏ ਸਨ, ਕੁਝ ਕੁ ਐਸੇ ਵੀ ਸਨ, ਕੱਚੇ ਸਨ, ਜਿਨ੍ਹਾਂ ਦੀ ਬਾਤ ਗੁਰੂ ਕਹਿ ਰਿਹਾ ਹੈ, ਨਾਨਕ ਕੱਚੜਿਆਂ ਸਿਓ ਤੋੜ। ਸਾਹਿਬ ਜੀ ਕਹਿ ਰਹੇ ਹਨ, ਐਸੇ ਕੱਚਿਆਂ ਦੇ ਨਾਲੋਂ ਤੋੜ ਕੇ ਢੂੰਡ ਸੱਜਣ ਸੰਤ ਪੱਕਿਆਂ ਦੇ ਨਾਲ ਸਾਂਝ ਪਵਾ ਦੇ, ਜਿਹੜੇ ਮਨੁੱਖਤਾ ਦੇ ਨਾਲ ਪਿਆਰ ਕਰਨ, ਕੁਦਰਤ ਦੇ ਨਾਲ ਪਿਆਰ ਕਰਨ ਤੇ ਰੱਬ ਜੀ ਦੀ ਇਬਾਦਤ ਵਿੱਚ ਮਸਤ ਰਹਿਣ। ਤੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਛਾਤੀ ਦੇ ਨਾਲ ਲਾਇਆ। ਕੁਝ ਕਹਿਣ ਲੱਗੇ, ਸਤਿਗੁਰੂ ਜੀ ਇਸ ਦੇ ਵਿੱਚੋਂ ਕਿਤਨੀ ਬਦਬੂ ਆ ਰਹੀ ਹੈ, ਇਸ ਦੇ ਕੱਪੜੇ ਲਿੱਦ ਦੇ ਨਾਲ ਕਿਤਨੇ ਖਰਾਬ ਨੇ, ਤੁਹਾਡਾ ਕੀਮਤੀ ਚੋਲਾ ਖਰਾਬ ਹੋ ਗਿਆ। ਵੇਖੋ ਤੁਹਾਡੇ ਤੇ ਕੀਮਤੀ ਚੋਲਾ ਦਸ਼ਾਲਾ ਲਿਆ ਹੈ, ਕੀਮਤੀ ਕਮਰ ਕੱਸਾ ਕੀਤਾ ਹੋਇਆ ਹੈ, ਕੀਮਤੀ ਚੋਲਾ ਪਹਿਨਿਆ ਹੋਇਆ ਹੈ, ਵੇਖੋ ਸਾਰਾ ਖਰਾਬ ਹੋ ਗਿਆ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ, ਸਿੱਖੋ ਤੁਹਾਨੂੰ ਇਸ ਦੇ ਵਿੱਚੋਂ ਲਿੱਦ ਦੀ ਬਦਬੂ ਆਉਂਦੀ ਹੈ, ਮੈਨੂੰ ਤੇ ਇਸ ਦੇ ਵਿੱਚੋਂ ਜਪ ਜੀ ਦੀ ਸੁਗੰਧੀ ਆਉਂਦੀ ਹੈ, ਮੈਨੂੰ ਤੇ ਇਸ ਦੇ ਵਿੱਚੋਂ ਜਾਪ ਦੀ ਸੁਗੰਧੀ ਆਉਂਦੀ ਹੈ, ਮੈਨੂੰ ਸਵਈਆਂ ਦੀ ਸੁਗੰਧੀ ਆਉਂਦੀ ਹੈ, ਚੌਪੀ ਆਨੰਦ ਦੀ ਸੁਗੰਧੀ ਆਉਂਦੀ ਹੈ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਕੇਵਲ ਪਹਿਰਾਵਾ ਪਹਿਨ ਲੈਣਾ ਰੱਬ ਜੀ ਦੀ ਇਬਾਦਤ ਕਰਨਾ ਨਹੀਂ, ਧਾਰਮਿਕ ਪਹਿਰਾਵਾ ਰੱਬ ਜੀ ਦੀ ਇਬਾਦਤ ਨਹੀਂ। ਜਿਤਨਾ ਸਮਾਂ ਅੰਦਰੋਂ ਤਿਆਰ ਨਹੀਂ ਹੋਵੇਗਾ, ਗੁਰੂ ਕਹਿ ਰਿਹਾ ਹੈ, ਇਸ ਨੇ ਆਪਣੇ ਸੁਭਾਅ ਨੂੰ ਚੇਂਜ ਕਰ ਲਿਆ, ਇਸ ਨੇ ਆਪਣੀ ਮੱਤ ਨੂੰ ਚੇਂਜ ਕਰ ਲਿਆ। ਨਾਨਕ ਭਗਤਾਂ ਸਦਾ ਵਿਗਾਸ, ਜਿਨ੍ਹਾਂ ਨੇ ਰੱਬ ਜੀ ਦੀ ਗੁਰੂ ਕੀ ਬਾਣੀ ਸੁਣੀ ਤੇ ਗੁਰਮੁਖੋ ਆਪਣੇ ਜੀਵਨ ਵਿੱਚ ਲਾਗੂ ਕਰ ਲਈ। ਤੇ ਸਾਹਿਬ ਕਹਿ ਰਹੇ ਹਨ, ਇਸ ਦੇ ਅੰਦਰ ਦਾ ਖੇੜਾ ਬਣਿਆ ਹੋਇਆ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਿਸ ਨੇ ਗੁਰੂ ਦੀ ਬਾਣੀ ਨੂੰ ਮਨ ਕਰਕੇ ਸੁਣ ਲਿਆ, ਤਨ ਕਰਕੇ ਤੇ ਸਾਰੇ ਸੁਣੀ ਜਾ ਰਹੀ ਹਾਂ ਭਾਗਾਂ ਵਾਲਿਓ। ਸੁਣਨਾ ਉਹ ਹੈ ਜਦੋਂ ਸੁਣ ਕੇ ਗੁਰੂ ਦੀ ਮੰਨ ਲਈ। ਤੇ ਇਸ ਲਈ ਭਾਗਾਂ ਵਾਲਿਓ, ਸਤਿਗੁਰਾਂ ਦੀ ਬਾਣੀ ਸਾਨੂੰ ਵਾਰ-ਵਾਰ ਸਮਝਾ ਰਹੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ, ਮੈਨੂੰ ਇਸ ਦੇ ਵਿੱਚੋਂ ਜਪ ਜੀ ਦੀ ਸੁਗੰਧੀ ਆਉਂਦੀ ਹੈ, ਮੈਨੂੰ ਇਸ ਦੇ ਵਿੱਚੋਂ ਬਾਣੀ ਦੀ ਸੁਗੰਧੀ ਆਉਂਦੀ ਹੈ। ਤੁਹਾਨੂੰ ਬਦਬੂ ਆਉਂਦੀ ਹੋਵੇਗੀ, ਪਰ ਮੈਨੂੰ ਇਸ ਦੇ ਵਿੱਚੋਂ ਸੁਗੰਧੀ ਆਉਂਦੀ ਹੈ, ਕਿਉਂਕਿ ਇਸ ਨੇ ਅੰਦਰੋਂ ਗਿਆਨ ਲੈ ਲਿਆ, ਆਪਣੇ ਮਨ ਨੂੰ ਸੋਹਣਾ ਬਣਾ ਲਿਆ। ਤੁਸੀਂ ਬਾਹਰ ਦੀ ਗੰਦਗੀ ਤੱਕਦੇ ਹੋ, ਸਾਹਿਬ ਜੀ ਕਹਿ ਰਹੇ ਹਨ, ਮੈਂ ਅੰਦਰ ਦਾ ਗਿਆਨ ਤੱਕਦਾ ਹਾਂ, ਮੈਂ ਅੱਜ ਇਸ ਦੇ ਮਨ ਦੀ ਸਫਾਈ ਦੇਖ ਰਿਹਾ ਹਾਂ। ਤੇ ਭਾਗਾਂ ਵਾਲਿਓ, ਜਿਸ ਤਰ੍ਹਾਂ ਮਨੁੱਖ ਨੂੰ ਵੇਖੋ ਮੈਲੇ ਕੁਚੈਲੇ ਕੱਪੜੇ ਹੋਣ, ਮਨੁੱਖ 1-2 ਦਿਨ ਨਾ ਨਹਾਵੇ, ਸਰੀਰ 'ਚੋਂ ਬਦਬੂ ਮਾਰਨ ਲੱਗ ਜਾਂਦੀ ਹੈ। ਹੁਣ ਤੇ ਗਰਮੀਆਂ ਦਾ ਸਮਾਂ ਹੈ, ਸ਼ਾਮਾਂ ਵੇਲੇ ਨਾ ਨਹਾਵੇਗਾ ਤੇ ਸਰੀਰ ਤੋਂ ਪਸੀਨੇ ਦੀ ਬਦਬੂ ਆਵੇਗੀ। ਤੇ ਇਸ ਲਈ ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਹੈ, ਮਨੁੱਖ ਨੂੰ ਪਸੀਨੇ ਦੀ ਬਦਬੂ ਪਸੰਦ ਨਹੀਂ, ਮਨੁੱਖ ਨੂੰ ਸਰੀਰ 'ਤੇ ਮੈਲੇ ਕੁਚੈਲੇ ਕੱਪੜੇ ਪਸੰਦ ਨਹੀਂ, ਪਰ ਗੁਰਮੁਖੋ ਜਨਮਾਂ ਦੀ ਮੈਲ ਆਪਣੇ ਮਨ ਦੇ ਅੰਦਰ ਲੈ ਕੇ ਤੁਰਿਆ ਫਿਰਦਾ ਹੈ।
ਸਾਹਿਬ ਕਹਿ ਰਹੇ ਹਨ ਗੁਰੂ ਤੇਰੇ ਅੰਦਰ ਨੂੰ ਜਾਣਦਾ ਹੈ। ਤੂੰ ਸੰਸਾਰ ਨੂੰ ਸੋਹਣੇ ਕੱਪੜੇ ਪਾ ਕੇ ਦਿਖਾ ਸਕਦਾ ਹੈ, ਬ੍ਰਾਂਡਡ ਕੱਪੜੇ ਪਾ ਲਵੇਂਗਾ, ਬ੍ਰਾਂਡਡ ਆਭੂਸ਼ਣ ਆਪਣੇ ਸਰੀਰ ਤੇ ਪਾ ਲਵੇਂਗਾ, ਸੈਂਟ ਪਰਫਿਊਨਾ ਲਾ ਲਵੇਂਗਾ, ਪਰ ਸਤਿਗੁਰੂ ਜੀ ਕਹਿ ਰਹੇ ਹਨ ਚੇਤਾ ਰੱਖੀ, ਜਿਤਨਾ ਸਮਾਂ ਤੇਰੇ ਮਨ ਵਿੱਚੋਂ ਗਿਆਨ ਦੀ ਸੁਗੰਧੀ ਨਹੀਂ ਆਵੇਗੀ, ਜਿਤਨਾ ਸਮਾਂ ਆਪਣੇ ਮਨ ਦੀ ਮੈਲ ਨਹੀਂ ਲਾਵੇਂਗਾ, ਉਤਨਾ ਸਮਾਂ ਗੁਰੂ ਕੇ ਦਰ ਤੇ ਪ੍ਰਵਾਨ ਨਹੀਂ ਹੋਵੇਗਾ। ਪ੍ਰਵਾਨ ਤਾਂ ਚੜ੍ਹੇਗਾ ਜੇ ਆਪਣੇ ਮਨ ਨੂੰ ਸੋਹਣਾ ਗੁਰੂ ਕੇ ਗਿਆਨ ਸਦਕਾ ਬਣਾਵੇਂਗਾ। ਸਤਿਗੁਰੂ ਜੀ ਸਭ ਤੋਂ ਪਹਿਲੋਂ ਤੇ ਸਾਨੂੰ ਚੰਗਾ ਇਨਸਾਨ ਬਣਾ ਰਹੇ ਨੇ। ਸਾਹਿਬ ਕਹਿ ਰਹੇ ਹਨ ਇਨਸਾਨੀਅਤ ਦੀ ਕਦਰ ਕਰ, ਮਨੁੱਖਤਾ ਦੇ ਨਾਲ ਪਿਆਰ ਕਰ, ਕੁਦਰਤ ਨਾਲ ਪਿਆਰ ਕਰ, ਕਿਉਂਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਕਿਉਂਕਿ ਗੁਰਮੁਖੋ ਇਨਸਾਨੀਅਤ ਦੇ ਨਾਲ ਪਿਆਰ ਕਰਨ ਦੀ, ਕੁਦਰਤ ਦੀ ਸੰਭਾਲ ਕਰਨ ਦੀ ਸਾਨੂੰ ਸਮਝ ਕਿੱਥੋਂ ਆਵੇਗੀ? ਸਾਹਿਬ ਕਹਿ ਰਹੇ ਹਨ ਗੁਰੂ ਪਾਸੋਂ ਸਮਝ ਲੈ, ਗੁਰੂ ਪਾਸੋਂ ਗਿਆਨ ਲੈ। ਜੇ ਗਿਆਨ ਗੁਰੂ ਤੋਂ ਲਵੇਂਗਾ ਫਿਰ ਪਵਨ ਵੀ ਸੰਭਾਲ ਲਵੇਂਗਾ, ਫਿਰ ਪਾਣੀ ਵੀ ਸੰਭਾਲ ਲਵੇਂਗਾ, ਧਰਤੀ ਦੀ ਸੰਭਾਲ ਵੀ ਕਰੇਗਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ। ਸਗਲ ਜਗਤ ਤੈਨੂੰ ਸਾਰੇ ਪ੍ਰੋਸੈਸ ਦੀ ਸਮਝ ਆ ਜਾਵੇਗੀ। ਪਾਣੀ ਕੀ ਹੈ, ਹਵਾ ਕੀ ਹੈ, ਧਰਤੀ ਕੀ ਹੈ। ਤੇ ਸਾਹਿਬ ਜੀ ਕਹਿ ਰਹੇ ਹਨ ਗੁਰੂ ਤੋਂ ਗਿਆਨ ਲੈ, ਤੈਨੂੰ ਕੁਦਰਤ ਦੇ ਨਾਲ ਪਿਆਰ ਹੋ ਜਾਵੇਗਾ। ਅਸਲ ਦੇ ਵਿੱਚ ਭਾਗਾਂ ਵਾਲਿਓ, ਜੋ ਨਿਰਪੱਖ ਹੋ ਕੇ ਕੁਦਰਤ ਦੇ ਨਾਲ ਪਿਆਰ ਕਰਦਾ ਹੈ, ਗੁਰੂ ਸਮਾਜ ਭਲਾਈ ਦੇ ਕੰਮ ਕਰਦਾ ਹੈ, ਤੇ ਗੁਰੂ ਵੀ ਪ੍ਰਸੰਨ ਉਸ ਤੋਂ ਹੁੰਦਾ ਹੈ। ਕੇਵਲ ਦਿਖਾਵਿਆਂ ਤੋਂ ਨਹੀਂ, ਪਹਿਰਾਵਿਆਂ ਤੋਂ ਨਹੀਂ। ਇਸ ਲਈ ਗੁਰੂ ਜੀ ਕਹਿ ਰਹੇ ਨੇ ਰੱਬ ਜੀ ਦੀ ਬੰਦਗੀ ਕਰਨ ਵਾਲਾ, ਗੁਰੂ ਦੀ ਇਬਾਦਤ ਕਰਨ ਵਾਲਾ ਸੰਤ ਜਨ ਉਹ ਹੈ ਜਿਸ ਨੇ ਆਪਣੇ ਇੰਦਰੀ ਕਾਬੂ ਕਰ ਲਏ, ਆਪਣਾ ਸਰੀਰ ਕਾਬੂ ਕਰ ਲਿਆ, ਆਪਣੀ ਮਤ ਕਾਬੂ ਦੇ ਵਿੱਚ ਕਰ ਲਈ, ਮਨ ਕਾਬੂ ਵਿੱਚ ਕਰ ਲਿਆ। ਆਤਮ ਜਿਨੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ, ਬੇਪਰਵਾਹ ਸਦਾ ਰੰਗ ਹਰਿ ਕੈ, ਜਾ ਕੋ ਪਾਖ ਸੁਆਮੀ। ਸਾਹਿਬ ਜੀ ਕਹਿ ਰਹੇ ਹਨ ਉਹ ਅੰਦਰੋਂ ਬੇਪਰਵਾਹ ਹੋ ਜਾਂਦੇ ਨੇ। ਸਦਾ ਰੰਗ ਹਰਿ ਕੈ, ਕਿਉਂਕਿ ਰੱਬ ਜੀ ਦੇ ਨਾਮ ਵਾਲਾ ਉਹਨਾਂ ਨੂੰ ਰੰਗ ਚੜ ਗਿਆ, ਗੁਰੂ ਕੇ ਗਿਆਨ ਦੀ ਰੰਗਤ ਵਿੱਚ ਰੰਗੇ ਗਏ। ਜਾਕੋ ਪਾਕ ਸੁਆਮੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਦੀ ਗੁਲਾਮੀ ਨਹੀਂ ਸਹਿੰਦੇ, ਕਿਉਂਕਿ ਗੁਰਮੁਖੋ ਅੰਦਰ ਸੁਤੰਤਰ ਹੋ ਗਿਆ ਹੈ ਜੀ। ਰਹਾਓ, ਰਹਾਓ ਤੋਂ ਭਾਵ ਰੁਕਣਾ, ਵਿਚਾਰਨਾ, ਸਮਝਣਾ। ਊਚ ਸਮਾਨਾ ਠਾਕੁਰ ਤੇਰੋ, ਅਵਰ ਨਾ ਕਾਹੂ ਤਾਨੀ। ਊਚ ਸਮਾਨਾ ਤੋਂ ਭਾਵ, ਊਚ ਤੋਂ ਭਾਵ ਉੱਚਾ, ਸਮਾਨਾ ਤੋਂ ਭਾਵ ਸਮਿਆਨਾ, ਸਾਹੀ ਠਾਠ ਬਾਠ। ਤੇ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਐ ਬੰਦਰੇ, ਐ ਬੰਦੇ, ਗੁਰੂ का समयाना इतना ऊंचा है, गुरु की मत इतनी ऊंची है। जाको पाक स्वामी ऊच समाना ठाकुर तेरो, अवर न काहू तानी। ऐ अकाल पुरख परमात्मा वाहिगुरु जी, तेरे जितना उच्चा ਸਮਿਆਨਾ ਕਿਸੇ ਦਾ ਨਹੀਂ, ਤੇਰੇ ਜਿਤਨਾ ਵੱਡਾ ਚੰਦੋਆ ਕਿਸੇ ਨਹੀਂ ਤਾਣਿਆ, ਤੇਰੇ ਜਿਤਨੀ ਵਡਿਆਈ ਕਿਸੇ ਦੀ ਨਹੀਂ। ਅਵਰ ਨਾ ਕਾਹੂ ਤਾਨੀ, ਤੇਰੇ ਤੋਂ ਬਿਨਾ ਤੇਰੀ ਬਰਾਬਰੀ ਦਾ ਹੋਰ ਕੋਈ ਨਹੀਂ ਹੈ ਜੀ। ਤੇ ਐਸੋ ਅਮਰ ਮਿਲਿਓ ਭਗਤਨ ਕਾ, ਰਾਚ ਰਹੇ ਰੰਗ ਗਿਆਨੀ। ਸਾਹਿਬ ਜੀ ਕਹਿ ਰਹੇ ਹਨ ਗੁਰੂ ਐਸਾ ਅਮਰ ਹੈ, ਅਕਾਲ ਪੁਰਖ ਐਸਾ ਵੱਡਾ ਦਾਤਾ ਹੈ। ਐਸੋ ਅਮਰ ਮਿਲਿਓ ਭਗਤਨ ਕੋ, ਭਗਤਾਂ ਨੇ ਜਪਿਆ, ਭਗਤਾਂ ਦੇ ਮਤ ਅੰਦਰ ਵਸ ਗਿਆ, ਹਿਰਦੇ ਅੰਦਰ ਵਸ ਗਿਆ। ਤੇ ਸਾਹਿਬ ਜੀ ਕਹਿ ਰਹੇ ਹਨ ਜਾਕੋ ਰਾਚ ਰਹੇ ਰੰਗ ਗਿਆਨੀ। ਐਸੋ ਅਮਰ ਮਿਲਿਓ ਭਗਤਨ ਕੋ, ਰਾਚ ਰਹੇ ਰੰਗ ਗਿਆਨੀ। ਕਿਉਂਕਿ ਇਸ ਰੰਗ ਦੇ ਵਿੱਚ ਰਚ ਮਿਚ ਗਏ, ਇਸ ਰੰਗ ਵਿੱਚ ਰਚੇ ਗਏ, ਇਸ ਰੰਗ ਵਿੱਚ ਅਭੇਦ ਹੋ ਗਏ। ਰੋਗ ਸੋਗ ਦੁਖ ਜਰਾ ਮਰਾ, ਹਰ ਜਨ ਹੈ ਨਹੀਂ ਨਿਕਟਾਨੀ। ਅੰਦਰ ਦੇ ਰੋਗ, ਅੰਦਰ ਦੀਆਂ ਚਿੰਤਾਵਾਂ, ਜਰਾ ਤੋਂ ਭਾਵ ਵਡੇਪਾ।
ਰੋਗ ਤੋਂ ਭਾਵ ਅੰਦਰ ਦੇ ਰੋਗ ਜੋ ਵਿਕਾਰਾਂ ਦੇ ਲੱਗੇ ਹੋਏ ਨੇ, ਕਾਮ ਕ੍ਰੋਧ ਅਰ ਲੋਭ ਮੋਹ ਆਦਿ ਵਿਆਧ ਉਪਾਦ ਦੇ ਰੋਗ ਲੱਗੇ ਨੇ। ਸੋਗ ਤੋਂ ਭਾਵ ਚਿੰਤਾਵਾਂ, ਦੁੱਖ ਤੋਂ ਭਾਵ ਅੰਦਰ ਦਾ ਮਨੁੱਖ ਦਾ ਦੁੱਖ, ਜਰਾ ਤੋਂ ਭਾਵ ਵਡੇਪਾ, ਮਰਾ ਤੋਂ ਭਾਵ ਮੌਤ ਦਾ ਡਰ, ਹਰ ਜਨ ਹੈ ਨਹੀਂ ਨਿਕਟਾਨੀ। ਸਾਹਿਬ ਜੀ ਕਹਿ ਰਹੇ ਹਨ, ਨਾ ਰੋਗ ਇਸ ਨੂੰ ਵਿਆਪੇਗਾ, ਨਾ ਸੋਗ ਚਿੰਤਾਵਾਂ ਇਸ 'ਤੇ ਜ਼ੋਰ ਪਾ ਸਕਣਗੀਆਂ, ਨਾ ਦੁੱਖ ਇਸ 'ਤੇ ਹਾਵੀ ਹੋਵੇਗਾ, ਨਾ ਮੌਤ ਦਾ ਡਰ ਇਸ 'ਤੇ ਹਾਵੀ ਹੋਵੇਗਾ, ਨਾ ਗੁਰਮੁਖੋ ਵਡੇਪਾ ਇਸ 'ਤੇ ਹਾਵੀ ਹੋਵੇਗਾ। ਸਾਹਿਬ ਜੀ ਕਹਿ ਰਹੇ ਹਨ, ਸਾਰੇ ਡਰ ਅੰਦਰੋਂ ਖਤਮ ਹੋ ਜਾਂਦੇ ਨੇ ਜੀ। ਨਿਰਭਉ ਹੋਏ ਰਹੇ ਲਿਵ ਏਕੈ, ਨਾਨਕ ਹਰਿ ਮਨ ਮਾਨੀ। ਤੇ ਗੁਰਮੁਖੋ ਮਨੁੱਖ ਗੁਰੂ ਨੂੰ ਜਪਦਾ ਹੈ, ਨਿਰਭਉ ਹੋ ਜਾਂਦਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਸਮਝਾ ਦਿੱਤਾ, ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਜਪਿਆ, ਸਾਰੇ ਅੰਦਰੋਂ ਭਉ ਖਤਮ ਹੋ ਗਏ, ਡਰ ਖਤਮ ਹੋ ਗਏ। ਨਿਰਭਉ ਹੋਏ ਰਹੇ ਲਿਵ ਏਕੈ, ਕਿਉਂਕਿ ਇੱਕ ਦੇ ਨਾਲ ਲਿਵ ਜੁੜ ਗਈ, ਇੱਕ ਦੇ ਨਾਲ ਇਸ ਦੀ ਇਬਾਦਤ ਬਣ ਗਈ, ਇੱਕ ਦੀ ਸਾਂਝ ਇਸ ਦੇ ਅੰਦਰ ਬਣ ਗਈ। ਤੇ ਸਾਹਿਬ ਜੀ ਕਹਿ ਰਹੇ ਹਨ, ਅੰਦਰ ਦੇ ਡਰ, ਅੰਦਰ ਦੇ ਤੌਖਲੇ ਖਤਮ ਹੋ ਗਏ। ਨਾਨਕ ਹਰ ਮਨ ਮਾਨੀ, क्योंकि मन दे अंदर गुरु की इबादत बस गई है, गुरु का मन मन गया है। तो साहब जी कह रहे हैं, जदों गुरु का मन मन्निया, गुरु कीਆਂ नज़रां विच प्रवान चढ़िया, अकाल पुरख जी दे विच अभेद हो जावेगा, सांझ रब जी दे नाल बन जावेगी। इस लई भागां वालिओ गुरु की बाणी पढ़िए, सुनिए, विचारिए, समझिए। सतगुरां दे पावन हुक्म दे संखेप जी विचार केवल अखरी अर्थ गुरु रहमत सदका आप संगतां दे नाल सांझे कीते जे। पातशाह जी विचारां करन दे, बाणी पढ़न दे, सेवा करन दे सोझी समत देन, होईयां भुलां